ਤੁਸੀਂ ਸੁਣ ਰਹੇ ਹੋ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰਸੀ ਭਾਗ ਦੂਸਰਾ ਮਿਡਲ ਦੀ ਪੜ੍ਹਾਈ। ਸੰਨ 1905 ਵਿੱਚ ਇੱਕ ਦਿਨ ਸਵੇਰੇ ਸਵੇਰੇ ਘਰਦਿਆਂ ਤੋਂ ਚੋਰੀ ਕੁਝ ਥੋਰੀਆਂ ਨਾਲ ਰਲ ਕੇ ਰਾਵਲਪਿੰਡੀ ਭੱਜ ਆਇਆ। ਜਦ ਉਹ ਸਬਜ਼ ਮੰਡੀ ਵਿੱਚ ਆ ਲੱਥੇ ਤਾਂ ਹਜੇ ਮੂੰਹ ਝਾਖ ਰਹੀ ਸੀ। ਉਹ ਮੈਨੂੰ ਇਕੱਲਾ ਛੱਡ ਕੇ ਆਪੋ ਆਪਣੇ ਆਰ ਲੱਗ ਪਏ। ਮੈਨੂੰ ਭੁੱਖ ਲੱਗੀ। ਮੇਰੇ ਪਾਸ ਜੇਬ ਵਿੱਚ 2 ਪੈਸੇ ਸਨ। ਰੁੱਤ ਸਰਦੀ ਦੀ ਸੀ। ਮੇਰੇ ਗਲ ਇੱਕ ਕੁਰਤਾ ਸੀ ਤੇ ਇੱਕ ਚੱਦਰ। ਮੈਂ ਆਪਣੇ ਆਪ ਨੂੰ ਸਾਂਭ ਕੇ ਇੱਕ ਸਬਜ਼ੀ ਦੀ ਦੁਕਾਨ ਮੂਹਰੇ ਜਾ ਖੜੋਤਾ। ਨਜ਼ਰ ਮਾਰ ਕੇ ਵੇਖਿਆ ਤਾਂ ਇੱਕ ਛਾਬੇ ਵਿੱਚ ਪਏ ਹੋਏ ਸੂਹੇ ਗੋਲ ਗੋਲ ਫਲ ਦਿਸੇ। ਮੈਂ ਹਟਵਾਣੀਏ ਨੂੰ 1 ਪੈਸਾ ਵਿਖਾ ਕੇ ਕਿਹਾ, ਮਿੱਗੀ ਹੋਰ ਦੇ। ਉਸਨੇ ਮੈਨੂੰ 2 ਲਾਲ ਬਿੰਬ ਫਲ ਫੜਾ ਦਿੱਤੇ। ਮੈਂ ਲਾਂਭੇ ਹੋ ਕੇ ਜਦ ਇੱਕ ਨੂੰ ਚੱਕ ਮਾਰਿਆ ਤਾਂ ਉਹ ਕੌੜਾ ਖਪਰਾ ਜਿਹਾ ਲੱਗਾ। ਮੈਂ ਸੁੱਟ ਦਿੱਤਾ। ਉਹ ਟਮਾਟਰ ਸੀ ਜੋ ਨਾ ਕਦੀ ਡਿੱਠਾ ਨਾ ਭਾਖਾ ਸੀ। ਫਿਰ ਆਪਣੇ ਆਪ ਨੂੰ ਕੋਸ ਕੇ ਇਰਾਦਾ ਕੀਤਾ ਕਿ ਹੁਣ ਧੋਖਾ ਨਹੀਂ ਖਾਣਾ। ਹੁਣ ਕੋਈ ਆਪਣੀ ਪਰਤਾਈ ਹੋਈ ਚੀਜ਼ ਲਵਾਂਗਾ। ਸੋ ਦੂਜੇ ਪਾਸੇ ਦੀਆਂ 2 ਡਾਂਗਾਂ ਜਿੱਡੀਆਂ ਮੂਲੀਆਂ ਮੁੱਲ ਲਈਆਂ ਅਤੇ ਚੜ੍ਹਦੀ ਧੁੱਪ ਵਿੱਚ ਇੱਕ ਨੁੱਕਰੇ ਬਹਿ ਕੇ ਖੂਬ ਰੱਜ ਕੇ ਖਾਧੀਆਂ। ਮੈਂ ਪਹਿਲੀ ਵੇਰ ਸ਼ਹਿਰ ਆਇਆ ਸਾਂ। ਉੱਥੇ ਨਾ ਸੀ ਕੋਈ ਜਾਣ ਨਾ ਪਹਿਚਾਣ। ਸਾਰਾ ਦਿਨ ਭੌਂਦਾ ਰਿਹਾ। ਚਾਅ ਸੀ ਪੜ੍ਹਨ ਦਾ, ਪਰ ਸਕੂਲ ਤੱਕ ਪਹੁੰਚਣ ਕਿਵੇਂ ਹੋਵੇ। ਸ਼ਾਮ ਦੇ 4 ਕੁ ਵਜੇ ਇੱਕ ਧਰਮਸ਼ਾਲਾ ਦੇ ਥੜੇ ਕੋਲੋਂ ਲੰਘ ਰਿਹਾ ਸਾਂ। ਉਸ ਉੱਤੇ ਇੱਕ ਬਿਰਧ ਸਿੰਘ ਬੈਠਾ ਸੀ ਤੇ ਇੱਕ ਬਿਰਧ ਹਿੰਦੂ। ਸਿੰਘ ਜੀ ਨੇ ਮੈਨੂੰ ਓਪਰਾ ਜਿਹਾ ਵੇਖ ਕੇ ਪੁੱਛਿਆ, ਕਾਕਾ ਕੀ ਢੂੰਡਣਾ ਵੇ? ਮੈਂ ਕਿਹਾ, ਜੀ ਮੈਂ ਕੋਈ ਕੰਮ ਲੱਭਣਾ ਵਾਂ। ਕਿਹੜੀ ਨੌਕਰੀ ਕਰਨੀ ਆ? ਜੀ ਜਿਹੜੀ ਲੱਭ ਪਵੇ। ਬਿਰਧ ਹਿੰਦੂ ਕਹਿਣ ਲੱਗਾ, ਘਰੇ ਨਹੀਂ ਨੌਕਰੀ ਕਰਸੇ? ਭਾਂਡੇ ਮਾਂਜਸੇ? ਕੱਪੜੇ ਧੋਸੇ? ਜੀ ਹਾਂ, ਸਭੋ ਕੁਝ ਕਰਸਾਂ। ਕੇ ਲੈਸੇ? ਸਿਰਫ ਰੋਟੀ ਤੇ ਪੜ੍ਹਨ ਜੋਗੀ ਖੁੱਲ੍ਹ ਤੇ ਸਮਾਂ। ਸੋ ਉਹ ਬਿਰਧ ਹਿੰਦੂ ਮੈਨੂੰ ਆਪਣੇ ਨਾਲ ਲੈ ਗਿਆ ਤੇ ਮੈਂ ਉਸਦੇ ਘਰ ਨੌਕਰੀ ਕਰਨ ਲੱਗਾ। ਸਵੇਰੇ ਪਾਣੀ ਢੋਂਦਾ, ਫਿਰ ਭਾਂਡੇ ਮਾਂਜਦਾ, 10 ਵਜੇ ਮਿਸ਼ਨ ਸਕੂਲ ਪੜ੍ਹਨ ਜਾਂਦਾ। ਸ਼ਾਮ ਨੂੰ ਫਿਰ ਆ ਕੇ ਕੰਮ ਕਰਦਾ ਜਾਂ ਸੌਦਾ ਵਸਤ ਖਰੀਦਣ ਲਈ ਬਾਜ਼ਾਰ ਜਾਂਦਾ। ਐਤਵਾਰ ਸਾਰੇ ਟੱਬਰ ਦੇ ਕੱਪੜੇ ਧੋਣ ਨੂੰ ਲਈ ਤੇ ਜਾਂਦਾ। ਰਾਤ ਨੂੰ ਘਰ ਦੇ ਬੁੱਢੇ ਦੀ ਮੁੱਠੀ ਚਾਪੀ ਕਰਦਾ ਅਤੇ ਨਾਲ ਨਾਲ ਉਸਦੀ ਆਗਿਆ ਅਨੁਸਾਰ ਪ੍ਰਹਿਲਾਦ, ਧਰੂ, ਜਨਮੇਜਾ, ਰਾਮ, ਲਕਸ਼ਮਣ, ਸੀਤਾ, ਅਰਜੁਨ, ਭੀਮ, ਕ੍ਰਿਸ਼ਨ ਆਦਿ ਦੀਆਂ ਕਥਾਵਾਂ ਸੁਣਾਉਂਦਾ ਜੋ ਆਪਣੇ ਪਿੰਡ ਰਹਿੰਦਿਆਂ ਪੜ੍ਹੀਆਂ ਸਨ। ਹੌਲੀ ਜਿਹੀ ਘੁੱਟਣਾ ਛੱਡ ਕੇ ਵੇਖਦਾ ਕਿ ਲਾਲਾ ਜੀ ਸੌਂ ਗਏ ਹਨ ਕਿ ਨਹੀਂ, ਪਰ ਉਹ ਝੱਟ ਜਾਗ ਉੱਠਦੇ ਅਤੇ ਹੰਗੂਰਾ ਮਾਰ ਕੇ ਕਹਿੰਦੇ, ਬਸ ਕਿਉਂ ਕਰ ਦਿੱਤੀ, ਮੁੱਠੀਆਂ ਭਰੀ ਜਾ। ਇਸ ਤਰ੍ਹਾਂ ਕਈ ਪਰਤਾਵੇਂ ਕਰਨ ਮਗਰੋਂ ਜਦ ਉਹ ਸੱਚੀ ਮੁੱਚੀ ਸੌਂ ਜਾਂਦੇ ਤਾਂ ਮੈਂ 11 ਕੁ ਵਜੇ ਵਿਹਲਾ ਹੋ ਕੇ ਆਪਣੀ ਪੜ੍ਹਾਈ ਕਰਨ ਬਹਿੰਦਾ ਅਤੇ 1 ਜਾਂ 2 ਵਜੇ ਸੌਂ ਜਾਂਦਾ। ਉਹਨਾਂ ਦਿਨਾਂ ਤੋਂ ਹੀ ਉਨੀਂਦਰੇ ਕੱਟਣ ਦੀ ਵਾਦੀ ਪਈ ਹੋਈ ਹੈ। ਮੈਨੂੰ ਸਾਰੀ ਉਮਰ 3 ਘੰਟੇ ਤੋਂ ਵੱਧ ਕਦੀ ਨੀਂਦ ਨਹੀਂ ਆਈ। ਥੋੜ੍ਹੇ ਚਿਰ ਮਗਰੋਂ ਮੇਰੀ ਹੋਂਦ ਦਾ ਮੇਰੇ ਨਾਨਕਿਆਂ ਨੂੰ ਪਤਾ ਲੱਗ ਗਿਆ, ਜੋ ਉਸਦੇ ਸ਼ਹਿਰ ਵਿੱਚ ਰਹਿੰਦੇ ਸਨ। ਉਹ ਮੈਨੂੰ ਆਪਣੇ ਘਰ, ਜੋ ਸ਼ੈਦਪੁਰੀ ਮੁਹੱਲੇ ਵਿੱਚ ਸੀ, ਲੈ ਗਏ ਅਤੇ ਅੰਡਿਆਲੇ ਵਾਲੇ ਵੀ ਆਣ ਮਿਲੇ। ਫਿਰ ਤਾਂ ਮੈਂ ਹਰ ਸ਼ਨਿਚਰ ਨੂੰ ਆਪਣੇ ਪਿੰਡ ਚਲਾ ਜਾਂਦਾ ਅਤੇ ਸੋਮਵਾਰ ਦੀ ਸਵੇਰ ਨੂੰ ਪਰਤ ਆਉਂਦਾ। ਜਿਵੇਂ ਮੈਂ ਆਪਣੀ ਕਿਤਾਬ ਸੱਭਿਆਚਾਰ ਦੇ ਲੇਖ ਘਰ ਦਾ ਪਿਆਰ ਵਿੱਚ ਦੱਸਿਆ ਹੈ, ਅੰਡਿਆਲੇ ਪਿੰਡ ਦੀ ਝਾਕੀ ਮੈਨੂੰ ਇੰਨੀ ਪਿਆਰੀ ਲੱਗਦੀ ਸੀ ਕਿ ਜਾਂਦੀ ਵੇਰ ਅਤੇ ਆਉਂਦੀ ਵੇਰ ਕਈ ਕਦਮ ਪਿੱਛੇ ਹਟ ਕੇ ਵੇਖਦਾ, ਪਰ ਫਿਰ ਵੀ ਨਾ ਰੱਜਦਾ। ਮੇਰੇ ਨਾਨਕੇ ਮੋਨੇ ਸਨ, ਪਰ ਮੇਰੀ ਇੱਕ ਮਾਮੀ ਸਿੱਖਾਂ ਦੀ ਧੀ ਸੀ। ਉਹ ਮੈਨੂੰ ਲਾਡ ਪਿਆਰ ਕਰਦੀ ਸੀ। ਸਕੂਲ ਜਾਣ ਤੋਂ ਪਹਿਲਾਂ ਮੈਨੂੰ ਰੋਟੀ ਖਵਾਉਂਦੀ ਅਤੇ ਗਰਮ ਫੁਲਕੇ ਉੱਤੇ ਘਿਓ ਪਾ ਕੇ ਕਹਿੰਦੀ, ਲੂਠਿਆ ਛੇਤੀ ਛੇਤੀ ਖਾ ਲੈ, ਆਈ ਊ ਨਾਨੀ। ਮੈਂ ਸੜਦੇ ਘਿਓ ਵਾਲੀ ਬੁਰਕੀ ਮੂੰਹ ਵਿੱਚ ਪਾਉਂਦਾ ਤੇ ਅੰਦਰ ਲੰਘਾਉਣ ਦੀ ਕਰਦਾ। ਉਹ ਮੈਥੋਂ ਸਵੇਰੇ ਜਪਜੀ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਸੁਣਦੀ। ਉਸਨੂੰ 1905 ਵਿੱਚ ਪਲੇਗ ਹੋ ਗਈ। ਮੈਂ ਉਸਨੂੰ ਅੱਕ ਦੀਆਂ ਕਰੂੰਬਲਾਂ ਲਿਆ ਦਿੰਦਾ ਤੇ ਉਹ ਹੜੱਪ ਕਰਕੇ ਖਾ ਜਾਂਦੀ, ਪਰ ਉਸਦੀ ਵਧੀ ਹੋਈ ਨਹੀਂ ਸੀ। ਉਹ ਮੇਰੇ ਸਾਹਮਣੇ ਪੂਰੀ ਹੋ ਗਈ। ਜਾਂਦੀ ਵੇਰ ਆਪਣੀ ਇੱਕੋ ਇੱਕ ਬੱਚੀ ਭੈਣ ਲਕਸ਼ਮੀ ਵੱਲ ਧਿਆਨ ਦਿਵਾ ਕੇ ਇਹ ਸੌਂਪਣੀ ਕਰ ਗਈ ਕਿ ਇਸ ਦਾ ਵਿਆਹ ਕਿਸੇ ਸਿੱਖ ਨਾਲ ਹੋਵੇ। ਲਕਸ਼ਮੀ ਦਾ ਨਾਤਾ ਇੱਕ ਮੋਨੇ ਨਾਲ ਹੋਇਆ ਸੀ, ਜੋ ਅਨਪੜ੍ਹ, ਲੋਲਾ ਜਿਹਾ ਅਤੇ ਅੱਖੋਂ ਭੈਂਗ ਮਾਰਦਾ ਸੀ। ਲੜਕੀ ਪੜ੍ਹਾਈ ਵਿੱਚ ਲਾਇਕ, ਸੁਨੱਖੀ ਅਤੇ ਹਰ ਤਰ੍ਹਾਂ ਨਾਲ ਉੱਚੀ ਬਿਰਤੀ ਵਾਲੀ ਸੀ। ਸੰਯੋਗ ਨਾਲ ਹੋਇਆ ਵੀ ਇਉਂ ਹੀ ਕਿ ਉਸਦਾ ਵਿਆਹ ਇੱਕ ਉੱਚੇ ਖਾਨਦਾਨ ਦੇ ਲਾਇਕ ਸਿੱਖ ਨਾਲ ਕਰਾਇਆ ਗਿਆ। ਭਾਵੇਂ ਲੜਕੀ ਦਾ ਪਿਤਾ ਵਿਆਹ ਵਿੱਚ ਨਾ ਬੈਠਾ ਤੇ ਵਰ੍ਹਿਆਂ ਤੀਕ ਉਸਨੂੰ ਨਾ ਅਪਣਾਇਆ,
ਲਕਸ਼ਮੀ ਨੂੰ ਸੁੱਖ ਮਿਲਿਆ ਤੇ ਧਾਰਮਿਕ ਦੁਆਲਾ ਮਿਲਿਆ, ਜਿਸ ਵਿੱਚ ਰਹਿ ਕੇ ਉਹ ਆਪਣੀ ਮਾਂ ਤੇ ਨਾਨੀ ਦੇ ਪੂਰਨਿਆਂ ਤੇ ਚੱਲ ਕੇ ਆਪਣੇ ਖਰਚ ਤੇ ਗੁਰਦੁਆਰਾ ਸਜਾ ਕੇ ਉਸ ਵਿੱਚ ਨਿਤ ਕੀਰਤਨ ਕਰਾਉਂਦੀ ਅਤੇ ਸਾਰੇ ਟੱਬਰ ਨੂੰ ਧਰਮੀ ਬਣਾ ਰੱਖਦੀ। ਸੰਨ 1947 ਦੇ ਘੱਲੂਘਾਰੇ ਵਿੱਚ ਉਸ ਦਾ ਸਭ ਕੁਝ ਲੁੱਟਿਆ ਗਿਆ ਅਤੇ ਰਾਵਲਪਿੰਡੀ ਤੋਂ ਉੱਜੜ ਕੇ ਖਾਲੀ ਹੱਥੀਂ ਦਿੱਲੀ ਵਿੱਚ ਆਣ ਵਸੀ। ਉਸ ਦੇ ਪੁੱਤਰ ਦਾ ਸਾਕ ਮੈਂ ਵੱਡੇ ਚਾਅ ਨਾਲ ਆਪਣੇ ਮਿੱਤਰ ਡਾਕਟਰ ਸੁੱਚਾ ਸਿੰਘ ਦੀ ਲਾਇਕ ਲੜਕੀ ਨਾਲ ਕਰਾਇਆ। ਉਹ ਲੜਕਾ ਮੇਰੇ ਪਿਆਰ ਨੂੰ ਵੇਖ ਕੇ ਕਈ ਵੇਰ ਹੈਰਾਨ ਹੁੰਦਾ ਸੀ। ਉਸ ਨੂੰ ਕੀ ਪਤਾ ਕਿ ਮੈਂ ਇਹ ਪਿਆਰ ਕਿਸੇ ਘਿਓ ਖਵਾਉਣ ਵਾਲੀ ਧਰਮਾਤਮਾ ਮਾਮੀ ਦੀ ਯਾਦ ਵਿੱਚ ਕਰ ਰਿਹਾ ਹਾਂ। ਉਹ ਮਾਮੀ ਮੈਨੂੰ ਹਰ ਹਫ਼ਤੇ ਕੁਝ ਪੈਸੇ ਦਿੰਦੀ ਹੁੰਦੀ ਸੀ। ਜਦ ਮੇਰੇ ਪਾਸ ਸਰਗੋਧੇ ਜਾਣ ਦਾ ਕਿਰਾਇਆ ਬਣ ਗਿਆ ਤਾਂ ਮੈਂ ਗੱਡੀ ਚੜ੍ਹ ਕੇ ਉੱਥੇ ਚਲਾ ਗਿਆ। ਉੱਥੇ ਮੇਰਾ ਭਰਾ ਕਾਹਨ ਸਿੰਘ ਬਾਰਕ ਮਾਸਟਰੀ ਵਿੱਚ ਨੌਕਰ ਸੀ। ਉੱਥੇ ਮੈਂ 1906 ਤੋਂ ਲੈ ਕੇ 1908 ਤੱਕ ਡਿਸਟ੍ਰਿਕਟ ਬੋਰਡ ਦੇ ਮਿਡਲ ਵਿੱਚ ਪੜ੍ਹਦਾ ਰਿਹਾ। ਸਕੂਲ ਦਾ ਹੈੱਡਮਾਸਟਰ ਲਾਲਾ ਕੁੰਦਨ ਲਾਲ ਸੀ, ਜੋ ਲੱਤੋਂ ਲੰਗਾ ਅਤੇ ਮੂੰਹ ਨਿਹਾਇਤ ਬੇਡੋਲ ਅਤੇ ਖੱਖਰ ਖਾਦਾ ਲੱਗਦਾ ਸੀ, ਪਰ ਦਿਲ ਦਾ ਨਿਹਾਇਤ ਸੋਹਣਾ ਅਤੇ ਲਿਆਕਤ ਵਿੱਚ ਆਪਣੀ ਮਿਸਾਲ ਆਪ ਹੀ ਸੀ। ਉਸ ਮੇਰੀ ਅੰਗਰੇਜ਼ੀ ਠੀਕ ਕਰ ਦਿੱਤੀ ਅਤੇ ਅੰਗਰੇਜ਼ੀ ਸਾਹਿਤ ਵਿੱਚ ਡੂੰਘੀ ਦਿਲਚਸਪੀ ਪਵਾ ਦਿੱਤੀ। ਉਸ ਦਾ ਪੜ੍ਹਾਉਣ ਦਾ ਢੰਗ ਇੰਨਾ ਚੰਗਾ ਸੀ ਕਿ ਮੈਂ ਕਹਿ ਸਕਦਾ ਹਾਂ ਕਿ ਹੁਣ ਤੱਕ ਮੈਂ ਉਹੋ ਜਿਹਾ ਉਸਤਾਦ ਕੋਈ ਨਹੀਂ ਡਿੱਠਾ। ਉਹ ਵਿਦਿਆਰਥੀ ਦੀ ਉਮਰ, ਸੂਝ ਅਤੇ ਰੁਚੀ ਅਨੁਸਾਰ ਕਿਤਾਬਾਂ ਆਪਣੇ ਪਾਸੋਂ ਦਿੰਦਾ ਅਤੇ ਨਿਤ ਗੌਹ ਕਰਕੇ ਉਸ ਦੀ ਲਿਆਕਤ ਵਧਾਉਂਦਾ। ਉਸਨੇ ਮੈਨੂੰ ਗ੍ਰਿਮਸ ਫੇਅਰੀ ਟੇਲਜ਼, ਰੌਬਿਨਸਨ ਕਰੂਸੋ, ਹੈਰੀ ਵਰਲਡ ਦੀ ਵੇਕ, ਅਰੇਬੀਅਨ ਨਾਈਟਸ ਆਦਿ ਕਿਤਾਬਾਂ ਵਾਰੋ-ਵਾਰੀ ਦਿੱਤੀਆਂ ਅਤੇ ਕਿਹਾ ਕਿ ਜਿਹੜੀ ਪੁਸਤਕ ਤੁਸੀਂ 3-4 ਦਿਨ ਵਿੱਚ ਨਹੀਂ ਮੁਕਾ ਲੈਂਦੇ ਉਸ ਨੂੰ ਪੜ੍ਹਨਾ ਵਿਅਰਥ ਹੈ। ਇਸ ਤਰ੍ਹਾਂ ਕਰਦਿਆਂ 7ਵੀਂ ਜਮਾਤ ਦੇ ਅੰਤ ਤੱਕ ਉਸਨੇ ਮੈਥੋਂ ਮੈਕਾਲੇ ਦੇ ਲੇਖਾਂ ਦੀ ਕਿਤਾਬ ਪੜ੍ਹਵਾ ਲਈ। ਉਹ ਕਿਤਾਬ ਮੈਂ ਹੁਣ ਤੱਕ ਸਾਂਭ ਕੇ ਰੱਖੀ ਹੋਈ ਹੈ। ਉਸ ਵਿੱਚ ਥਾਂ ਪਰ ਥਾਂ ਮੈਂ ਆਪਣੇ ਵੱਲੋਂ ਪਸੰਦੀ ਦੇ ਨਿਸ਼ਾਨ ਲਾਏ ਹੋਏ ਹਨ। ਖਾਸ ਕਰਕੇ ਕਲਾਈਵ, ਵਾਰਨ ਹੈਸਟਿੰਗਜ਼ ਆਦਿ ਦੇ ਲੇਖਾਂ ਦੇ ਹਾਸ਼ੀਏ ਵਿੱਚ ਆਪਣੀਆਂ ਰਾਵਾਂ ਤੇ ਆਪਣੇ ਗੁੱਸੇ ਗਿਲੇ ਜ਼ਾਹਰ ਕੀਤੇ ਹੋਏ ਹਨ। ਨਾਲ ਹੀ ਲਾਲਾ ਕੁੰਦਨ ਲਾਲ ਜੀ ਨੇ ਮੈਨੂੰ ਇੱਕ ਸਥਾਨਕ ਥੀਏਟਰ ਦਾ ਪਾਸ ਲੈ ਕੇ ਦਿੱਤਾ ਹੋਇਆ ਸੀ। ਮੈਂ ਮਹੀਨੇ ਦੇ 30 ਦਿਨਾਂ ਵਿੱਚੋਂ 26 ਦਿਨ ਥੀਏਟਰ ਵੇਖਦਾ ਸਾਂ। ਨਾਟਕ ਵੀ ਚੰਦਰਹਾਸ, ਬਿਕਰਮਜੀਤ, ਰਾਣਾ ਪ੍ਰਤਾਪ ਆਦਿ ਦੇ ਕੌਮੀ ਉੱਚਤਾ ਦੇ ਹੁੰਦੇ ਸਨ। ਇਹਨਾਂ ਖੇਲਾਂ ਦਾ ਮੇਰੇ ਉੱਤੇ ਬਹੁਤ ਡੂੰਘਾ ਅਸਰ ਪਿਆ। ਮੈਂ ਖਿਆਲ ਕਰਨ ਲੱਗਾ ਕਿ ਅਸਲ ਜ਼ਿੰਦਗੀ ਤਾਂ ਸਟੇਜ ਵਾਲੀ ਹੈ, ਇਹ ਬਾਹਰਲੀ ਜ਼ਿੰਦਗੀ ਐਵੇਂ ਵਾਧੂ ਨਕਲੀ ਜਿਹੀ ਹੈ। ਇੱਕ ਵਾਰ ਮੈਂ ਚਾਹ ਪ੍ਰਗਟ ਕੀਤੀ ਕਿ ਉਹ ਐਕਟਰ ਸਾਡੇ ਕੋਠੇ ਤੇ ਬਹਿ ਕੇ ਆਪਣੇ ਹੁਨਰ ਦਾ ਕਮਾਲ ਵਿਖਾਉਣ। ਹੈਡਮਾਸਟਰ ਸਾਹਿਬ ਦੀ ਸਹਾਇਤਾ ਨਾਲ ਅਜਿਹਾ ਹੀ ਕੀਤਾ ਗਿਆ। ਮੈਂ ਕੁਰਸੀ ਦੀ ਢੋਅ ਪਿੱਛੇ ਖੜੋ ਕੇ ਸੁਣਦਾ ਸਾਂ ਅਤੇ ਗਾਉਣ ਵਾਲੇ ਦੀਆਂ ਸਿਸਕੀਆਂ ਦੇ ਨਾਲ ਡੁਸਕਾਰੇ ਭਰਦਾ ਸਾਂ। ਉਸ ਦੀਆਂ ਇਹ ਤੁਕਾਂ ਹਜੇ ਤੱਕ ਮੇਰੀ ਯਾਦ ਨੂੰ ਟੁੰਬਦੀਆਂ ਹਨ। ਬੇਕਸੀ ਰੋਏਗੀ ਤੁਰਬਤ ਪੇ, ਮੇਰੀ ਬਾਹਦੇ ਫਨਾ, ਗਮੋ ਰੰਜ ਹੋਂਗੇ ਮੇਰੀ ਲਾਸ਼ ਉਠਾਣੇ ਵਾਲੇ। ਉਸ ਆਲੇ ਦੁਆਲੇ ਦਾ ਅਸਰ ਇਹ ਹੋਇਆ ਕਿ ਮੈਂ ਵੀ ਕਲਮ ਝਰੀਟ ਬਣਨ ਲੱਗਾ। ਉਹਨਾਂ ਦਿਨਾਂ ਵਿੱਚ ਜਦੋਂ ਮੈਂ ਹਜੇ 7ਵੀਂ ਜਮਾਤ ਵਿੱਚ ਪੜ੍ਹਦਾ ਸਾਂ, ਮੈਂ ਚਿੱਤਰਕਾਰੀ ਉੱਤੇ ਅੰਗਰੇਜ਼ੀ ਵਿੱਚ ਇੱਕ ਕਿਤਾਬ ਲਿਖੀ ਜੋ ਹਜੇ ਤੱਕ ਮੈਂ ਆਪਣੇ ਪਾਸ ਸਾਂਭ ਕੇ ਰੱਖੀ ਹੋਈ ਹੈ। ਉਪਰੰਤ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਦਸ਼ਮੇਸ਼ ਜੀ ਦੀ ਅਦੁੱਤੀ ਸ਼ਖਸੀਅਤ ਉੱਤੇ ਇੱਕ ਅੰਗਰੇਜ਼ੀ ਨਾਟਕ ਲਿਖਿਆ ਜੋ ਉਸ ਵਕਤ ਦੇ ਰਸਾਲਿਆਂ ਨੇ ਤਾਂ ਨਾ ਛਾਪਿਆ, ਪਰ ਕੁਝ ਵਰ੍ਹਿਆਂ ਮਗਰੋਂ ਉਸ ਨੂੰ ਡਾਢੇ ਮਾਣ ਨਾਲ ਸਿੱਖ ਰਿਵਿਊ ਨੇ ਆਪਣੇ ਵਿੱਚ ਥਾਂ ਦਿੱਤੀ। ਫਿਰ 1956 ਵਿੱਚ ਕੁਝ ਸੀਨ ਅਭਿਨੰਦਨ ਗ੍ਰੰਥ ਵਿੱਚ ਛਪੇ। ਉਸ ਰਚਨਾ ਦੀ ਇੱਕ ਤੁਕ ਮੈਨੂੰ ਜ਼ਬਾਨੀ ਯਾਦ ਹੈ, ਨੈਵਰ ਵਾਜ਼ ਇੰਡੀਆ ਲੋਸਟ ਬਟ ਬਾਏ ਹਰ ਓਨ। ਸੰਨ 1908 ਵਿੱਚ ਮੈਂ ਮਿਡਲ ਦਾ ਇਮਤਿਹਾਨ ਦਿੱਤਾ। ਉਪਰੰਤ ਪਿੰਡੀ ਡਿਵੀਜ਼ਨ ਦੇ ਸਾਰੇ ਮਿਡਲ ਸਕੂਲਾਂ ਦਾ ਮੁਕਾਬਲੇ ਦਾ ਇਮਤਿਹਾਨ ਸ਼ਾਹਪੁਰ ਵਿੱਚ ਹੋਇਆ। ਮੈਂ ਵੀ ਉਸ ਵਿੱਚ ਬੈਠਾ। ਕੁਝ ਹਫ਼ਤਿਆਂ ਮਗਰੋਂ ਮੈਨੂੰ ਹੈਡਮਾਸਟਰ ਸਾਹਿਬ ਵੱਲੋਂ ਸਕੂਲ ਦੇ ਹਾਲ ਵਿੱਚ ਹਾਜ਼ਰ ਹੋਣ ਦਾ ਸੱਦਾ ਆਇਆ। ਮੈਂ ਗਿਆ। ਅੱਗੇ ਵੱਡਾ ਸਾਰਾ ਜਲਸਾ ਹੋ ਰਿਹਾ ਸੀ। ਸਰ ਮੈਲਕਮ ਹੈਲੀ, ਜੋ ਉੱਥੋਂ ਦੇ ਕਲੋਨੀਅਲ ਅਫਸਰ ਸਨ, ਪ੍ਰਧਾਨਗੀ ਦੀ ਕੁਰਸੀ ਤੇ ਬੈਠੇ ਸਨ। ਖਲੀਫਾ ਸਾਹਿਬ, ਜੋ ਇੰਸਪੈਕਟਰ ਸਨ, ਉਹ ਵੀ ਹਾਜ਼ਰ ਸਨ। ਇੰਸਪੈਕਟਰ ਸਾਹਿਬ ਨੇ ਇਨਾਮੀ ਟਾਕਰੇ ਦੇ ਨਤੀਜੇ ਦੱਸਦਿਆਂ ਮੇਰਾ ਵੀ ਜ਼ਿਕਰ ਕੀਤਾ ਕਿ ਇਹ ਲੜਕਾ ਅੱਵਲ ਰਿਹਾ। ਮੇਰੇ ਪਰਚੇ ਵਿੱਚੋਂ ਇੱਕ ਸਵਾਲ ਦਾ ਜਵਾਬ ਪੜ੍ਹ ਕੇ ਸੁਣਾਇਆ ਤੇ ਕਿਹਾ। ਸਵਾਲ ਵਿੱਚ ਇੱਕ ਉਰਦੂ ਸ਼ੇਅਰ ਦਾ ਅਰਥ ਪੁੱਛਿਆ ਗਿਆ ਸੀ। ਇਸ ਲੜਕੇ ਨੇ ਜੋ ਜਵਾਬ ਦਿੱਤਾ ਹੈ ਉਹ ਹੈ ਤਾਂ ਗਲਤ, ਪਰ ਸਹੀ ਜਵਾਬ ਪਾਸੋਂ ਬਿਹਤਰ ਹੈ। ਇਸ ਦਾ ਸਹੀ ਅਰਥ ਤਾਂ ਇਹ ਹੈ ਕਿ ਜਦ ਖੁਦਾ ਨੇ ਸਾਰਿਆਂ ਫਰਿਸ਼ਤਿਆਂ ਨੂੰ ਹੁਕਮ ਦਿੱਤਾ ਕਿ ਹਜ਼ਰਤ ਆਦਮ ਨੂੰ ਸਿਜਦਾ ਕਰੋ,
ਤਾਂ ਫਰਿਸ਼ਤਿਆਂ ਵਿੱਚੋਂ ਹਾਰੁਤ ਤੇ ਮਾਰੁਤ ਨੇ ਕਿਹਾ ਕਿ ਅਸੀਂ ਨੂਰੀ ਹਾਂ, ਅਸੀਂ ਗੁਨਾਹ ਨਹੀਂ ਕਰਦੇ। ਆਦਮ ਖਾਕੀ ਬੰਦਾ ਹੈ ਜੋ ਗੁਨਾਹ ਕਰਦਾ ਹੈ, ਅਸੀਂ ਉਸ ਅੱਗੇ ਕਿਵੇਂ ਨਿਮਦੇ ਚੰਗੇ ਲੱਗਦੇ ਹਾਂ। ਖੁਦਾ ਨੇ ਕਿਹਾ ਤੁਸੀਂ ਆਪਣੀ ਬਣਤਰ ਅਨੁਸਾਰ ਗੁਨਾਹ ਕਰ ਹੀ ਨਹੀਂ ਸਕਦੇ, ਪਰ ਆਦਮ ਗੁਨਾਹ ਕਰ ਸਕਦਾ ਹੈ। ਫਿਰ ਵੀ ਜਦੋਂ ਗੁਨਾਹ ਦੀ ਪ੍ਰੇਰਨਾ ਛੱਡ ਕੇ ਨੇਕੀ ਵੱਲ ਝੁਕਦਾ ਹੈ ਤਾਂ ਉਸ ਦੀ ਨੇਕੀ ਦਾ ਮੁੱਲ ਵਧੇਰੇ ਹੁੰਦਾ ਹੈ। ਹਾਰੁਤ ਮਾਰੁਤ ਨੇ ਕਿਹਾ ਕਿ ਸਾਨੂੰ ਮਨੁੱਖ ਬਣਾ ਕੇ ਸੰਸਾਰ ਤੇ ਭੇਜੋ, ਅਸੀਂ ਦੱਸ ਦਿਆਂਗੇ ਕਿ ਨੇਕੀ ਕਰਨੀ ਕਿੱਡੀ ਸੌਖੀ ਹੈ। ਮਨੁੱਖ ਬਣਾਏ ਗਏ ਮਨੁੱਖ ਬਣ ਕੇ ਉਹਨਾਂ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਹਨਾਂ ਦੇ ਪਰਤਾਵੇ ਲਈ ਜੋਹਰਾ ਆਈ ਅਤੇ ਹਾਰੁਤ ਮਾਰੁਤ ਨੂੰ ਫਾਹੁਣਾ ਚਾਹਿਆ। ਉਸਨੇ ਕਿਹਾ ਤੁਸੀਂ ਮੇਰੇ ਨਾਲ ਕੁਕਰਮ ਕਰੋ। ਉਹਨਾਂ ਕੰਨਾਂ ਤੇ ਹੱਥ ਰੱਖ ਕੇ ਕਿਹਾ ਤੌਬਾ ਤੌਬਾ, ਅਸੀਂ ਇਹੋ ਜਿਹਾ ਮਾੜਾ ਕੰਮ ਕਿਵੇਂ ਕਰ ਸਕਦੇ ਹਾਂ। ਉਸਨੇ ਕਿਹਾ ਕਿ ਤੁਸੀਂ ਮੇਰੇ ਖਾਉਣ ਦੇ ਡਰ ਮਾਰਿਆ ਨਹੀਂ ਕਰਦੇ। ਅੱਛਾ, ਤੁਹਾਨੂੰ ਖੁੱਲ੍ਹ ਹੈ, ਉਸਨੂੰ ਬੇਸ਼ੱਕ ਮਾਰ ਦਿਓ। ਉਹਨਾਂ ਫਿਰ ਕੰਨਾਂ ਤੇ ਹੱਥ ਧਰਿਆ ਤੇ ਕਿਹਾ ਕਿ ਅਸੀਂ ਖੂਨ ਕਿਵੇਂ ਕਰ ਸਕਦੇ ਹਾਂ। ਫਿਰ ਜੋਹਰਾ ਕਹਿਣ ਲੱਗੀ ਅੱਛਾ, ਹੋਰ ਨਹੀਂ ਤਾਂ ਥੋੜ੍ਹੀ ਜਿਹੀ ਸ਼ਰਾਬ ਪੀ ਲਓ। ਇਸ ਤੇ ਉਹ ਰਾਜੀ ਹੋ ਗਏ। ਜਦ ਸ਼ਰਾਬ ਉਹਨਾਂ ਦੇ ਅੰਦਰ ਗਈ ਤਾਂ ਉਹ ਇੰਨੇ ਅੰਨੇ ਹੋ ਗਏ ਕਿ ਉਹਨਾਂ ਨੇ ਬਾਕੀ ਦੇ 2 ਕੁਕਰਮ ਵੀ ਕਰ ਲਏ। ਖੁਦਾ ਦੇ ਹੁਕਮ ਨਾਲ ਜੋਹਰਾ ਸਿਤਾਰਾ ਬਣ ਕੇ ਅਸਮਾਨ ਉੱਤੇ ਰਮਕਣ ਲੱਗੀ। ਉਹ ਫਰਿਸ਼ਤੇ ਜ਼ਮੀਨ ਆਸਮਾਨ ਦੇ ਵਿਚਕਾਰ ਟੰਗੇ ਗਏ ਅਤੇ ਰੋ ਰੋ ਕੇ ਆਪਣੇ ਹੰਝੂ ਸ਼ਹੀਦ ਪਤੀ ਉੱਤੇ ਸੁੱਟਣ ਲੱਗੇ। ਸ਼ੇਅਰ ਦਾ ਸਹੀ ਅਰਥ ਇਹ ਹੋਇਆ ਕਿ ਜੋਹਰਾ ਸਿਤਾਰਾ ਬਣ ਕੇ ਜਾਮਿਆ ਮਸਜਿਦ ਦੀ ਸੁਨਹਿਰੀ ਗੁੰਬਦ ਵਾਂਗ ਅਸਮਾਨ ਉੱਤੇ ਚਮਕਦੀ ਹੈ ਅਤੇ ਉਹ ਫਰਿਸ਼ਤੇ ਜੋ ਨਮਾਜ਼ੀ ਹੋ ਕੇ ਕਾਫਰਾਂ ਵਾਲਾ ਕੰਮ ਕਰ ਬੈਠੇ ਸਨ, ਪਛਤਾਵੇ ਦੇ ਹੰਝੂ ਜੋਹਰਾ ਦੇ ਸ਼ਹੀਦ ਪਤੀ ਉੱਤੇ ਕੇਰਦੇ ਰਹਿੰਦੇ ਹਨ। ਹੁਣ ਇਸ ਲੜਕੇ ਨੇ ਜੋ ਉੱਤਰ ਦਿੱਤਾ ਹੈ ਉਹ ਸੁਣੋ। ਇਸ ਨੇ ਲਿਖਿਆ ਹੈ ਕਿ ਇਹ ਸ਼ੇਅਰ ਇੱਕ ਤੀਵੀਂ ਦੇ ਸਿਰ ਮੂੰਹ ਦੀ ਪ੍ਰਸ਼ੰਸਾ ਵਿੱਚ ਹੈ। ਤੀਵੀਂ ਦੇ ਸਿਰ, ਜਿਸ ਨੂੰ ਫਲਕ ਵੀ ਕਹਿੰਦੇ ਹਨ, ਉੱਤੇ ਸੋਨੇ ਦੀ ਠੂਠੀ ਹੈ ਜਿਸ ਦੀ ਸ਼ਕਲ ਮਸਜਿਦ ਦੇ ਗੁੰਬਦ ਵਰਗੀ ਹੁੰਦੀ ਹੈ। ਉਹ ਠੂਠੀ ਸੋਨੇ ਦੀ ਹੋਣ ਕਰਕੇ ਹਵਾ ਵਿੱਚ ਚਮਕਦੀ ਹੈ। ਉਸ ਦੀਆਂ ਜ਼ੁਲਫਾਂ ਮੱਥੇ ਤੇ ਟੇਢੀਆਂ ਪਈਆਂ ਹੋਣ ਕਰਕੇ ਨਮਾਜ਼ੀ ਹਨ ਅਤੇ ਕਾਲੀਆਂ ਹੋਣ ਕਰਕੇ ਕਾਫਰ ਹਨ। ਉਹਨਾਂ ਵਿੱਚੋਂ ਚੋਂਦਾ ਮੁੜਕਾ, ਜੋ ਅਸਲ ਵਿੱਚ ਖੂਨ ਹੀ ਹੁੰਦਾ ਹੈ, ਉਸ ਤੀਵੀਂ ਦੀਆਂ ਲਾਲ ਲਾਲ ਗੱਲਾਂ ਉੱਤੇ ਪੈਂਦਾ ਹੈ। ਗੱਲਾਂ ਲਾਲ ਹਨ ਸ਼ਹੀਦਾਂ ਵਾਂਕਰ। ਇਹ ਅਰਥ ਅਨੁਸਾਰ ਸ਼ੇਅਰ ਦੇ ਭਾਵ ਵਿੱਚ ਏਕਤਾ ਹੈ, ਸਰਲਤਾ ਹੈ, ਸੁਗਮਤਾ ਹੈ ਅਤੇ ਕੁਦਰਤ ਦੀ ਅਨੁਸਾਰਤਾ ਹੈ। ਅੱਵਲ ਰਹਿਣ ਕਰਕੇ ਮੈਨੂੰ ਵਜ਼ੀਫਾ ਮਿਲ ਗਿਆ ਤੇ ਮੈਂ ਹਾਈ ਸਕੂਲ ਦੀ ਪੜ੍ਹਾਈ ਕਰਨ ਲਈ ਸਰਗੋਧਾ ਛੱਡ ਅੰਮ੍ਰਿਤਸਰ ਚਲਾ ਗਿਆ। ਧੰਨਵਾਦ।